ਅੱਜ ਅਸੀਂ ਕਪੂਰਥਲਾ ਦੇ ਵਿੱਚ ਰੱਖ ਬੀੜ ਸ਼ਿਕਾਰਗਾਹ ਵਿਖੇ ਖੜੇ ਹਾਂ, ਜਿੱਥੇ ਕਿ ਹੁਣ ਬਹੁਤ ਹੀ ਆਲੀਸ਼ਾਨ श्री गुरु नानक देव जी जैविक विभिन्नता बगीचा बन चुका है और ये एक शहर दी बहुत वधिया शुद्ध वातावरण देने लई बहुत वधिया बगीचा ये कपूरथले वासियों लई नहीं मगरों पूरे पंजाब दे लई ये बगीचा तैयार है, जिथे अलग अलग प्रकार के पौधे दरख्त और हर्बल प्लांट्स लगे हुए ने। और तुसी देख रहे हो श्री गुरु नानक देव जी जैविक विभिन्नता बगीचा कपूरथला। आओ अंदर लैके चलते हैं। इत्थे अलग अलग प्रकार के तुसी स्टार्टिंग गेट दे विच अलग अलग प्रकार के बूटे और अलग अलग प्रकार के जिन्हों के दुनिया के सब तो लंबा घास कहा जाता है, बांस दीयां किस्मां देख सकते हो। अलग अलग प्रकार के जिथे बांस हैगे आ उत्थे होर भी अलग अलग प्रकार के काफ़ी तुहानूं ये पौधे मिलणगे। आओ अगे चलते हैं। जिथे ये हर्बल पौधे लगे ने, अलग अलग प्रकार के दरख्त लगे ने, ये अलग अलग किस्म के पाम ने कि जेड़े पूरी दुनिया दे विच जां विच पाए जाते हैं। सारे पाम दियां जड़ियां किस्मां तुहानूं इत्थे मिलदियां ने और खूबसूरती लई मौसमी फुल और बैठण लई बेंच और तुसीं इत्थे एक अलग नज़ारा अलग तुसीं अपनी फीलिंग महसूस करोगे। एक तुहानूं बिल्कुल शुद्ध वातावरण शहर तो बाहर तुहानूं मिल रहा है और इन्नी साफ सुथरा तुसीं देख रहे हो। लॉन बने ने बैठण वास्ते, ये बोतल पाम है और बहुत ही खूबसूरत है। सुपारी के दरख्त लगे ने इत्थे और रात नूं जदों ये लाइटां जिन्नियां भी जगदियां ने और तुहानूं एक स्वर्ग का नज़ारा जिहड़ा हैगा ये पार्क तुहानूं दिंदा है। आओ हुण चलदे हां असीं हर्बल जिहड़े प्लांट लगे आ उन्हां दे तुहानूं दसदे हां किहड़े हर्बल प्लांट लगे हुए ने। इस एरिए दे विच सारे जिन्ने भी आ हर्बल प्लांट लगे ने, तुसीं हरेक प्लांट दे नाल उसदा बोर्ड तुहानूं दिखाई देगा कि उस बोर्ड के उत्ते सारा कुछ लिखा होया, जिमें कि ये हर्बल ने प्लांट जवैन वरतो दस्त पेट दर्द और सोज, ये ने तेज पत्ता जोड़ा आम असी सिर्फ विआह शादियां दे विच चौलों च दाल सब्जी च मसाले तौर पर इस्तेमाल करते हैं। ये तेज पत्ता और जे जड़ी वाड़ लगी है ये मेहंदी दी लगी है। ये अंजीर का बूटा है, सदाबहार तुलसी, इंसुलिन प्लांट्स जो शुगर लिए इस्तेमाल होंदा है, छोटी इलायची, पत्थर चट, फोड़े फिंसियां, पथरी, होर कई इदां दी जड़ियां हैगियां बीमारियां उन्होंने ये दूर करता हैगा। मोतिया और इधर स्टीविया,
ਸ਼ੂਗਰ, ਬਲੱਡ ਪ੍ਰੈਸ਼ਰ, ਐਲਰਜੀ ਲਈ ਇਸਤੇਮਾਲ ਹੁੰਦਾ ਹੈ। ਲੈਮਨ ਗ੍ਰਾਸ, ਇਹ ਜਿੰਨੇ ਵੀ ਪਲਾਂਟ ਅੱਕ, ਇਹ ਤੰਦੂਰਾ, ਹਿੰਗ, ਕਾਲੀ ਮਿਰਚ, ਹੋਰ ਇੱਦਾਂ ਦੇ ਬਹੁਤ ਹਰਬਲ ਪਲਾਂਟ ਲੱਗੇ ਨੇ ਜਿਹੜੇ ਅਲੱਗ-ਅਲੱਗ ਦਵਾਈਆਂ 'ਚ ਇਸਤੇਮਾਲ ਹੁੰਦੇ ਨੇ ਔਰ ਅਲੋਪ ਹੁੰਦੇ ਜਾ ਰਹੇ ਨੇ। ਇਹ ਉਹਨਾਂ ਲਈ, ਵਿਦਿਆਰਥੀਆਂ ਲਈ ਬਹੁਤ ਲਾਹੇਮੰਦ ਬਗੀਚਾ ਹੈ। ਜਿਹੜੇ ਬੱਚੇ ਬੋਟਨੀ ਦੀਆਂ ਕਲਾਸਾਂ ਕਰਦੇ ਨੇ, ਦਰਖਤਾਂ ਤੇ ਪੌਦਿਆਂ ਤੇ ਰਿਸਰਚ ਕਰਦੇ ਨੇ, ਉਹਨਾਂ ਲਈ ਇਹ ਇੱਕ ਵਰਦਾਨ ਸਿੱਧ ਹੋ ਰਿਹਾ ਹੈ। ਇਹ ਸ਼੍ਰੀ ਗੁਰੂ ਨਾਨਕ ਦੇਵ ਜੈਵਿਕ ਵਿਭਿੰਨਤਾ ਬਗੀਚਾ। ਇਹ ਜਿਹੜੀ ਤੁਸੀਂ ਪਹਾੜੀ ਨੂਮਾ ਦੇਖ ਰਹੇ ਹੋ, ਇਹਦਾ ਪਿਛੋਕੜ ਹੈ। ਇਹ ਇੱਕ ਪੱਠਾ ਸੀ। ਜਦੋਂ ਰਾਜੇ ਦੇ ਇੱਥੇ ਮਹਿਲ ਬਣਦੇ ਸੀ, ਬਿਲਡਿੰਗਾਂ ਬਣਦੀਆਂ ਸੀ, ਤੇ ਪਹਿਲੇ ਜ਼ਮਾਨੇ ਦੇ ਵਿੱਚ ਸੀਮੈਂਟ ਵਗੈਰਾ ਕੈਮੀਕਲ ਨਹੀਂ ਹੁੰਦਾ ਸੀ। ਇਹ ਜਿਹੜਾ ਸੀਗਾ, ਜਿੰਨੀਆਂ ਵੀ ਬਿਲਡਿੰਗਾਂ ਸੀ, ਨਾਨਕਸ਼ਾਹੀ ਇੱਟਾਂ, ਕੇਰੀ, ਚੂਨਾ ਔਰ ਮਾਹਾਂ ਦੇ ਆਟੇ ਨੂੰ ਪੀਹ ਕੇ ਰਲਾ ਕੇ ਇਹ ਬਿਲਡਿੰਗਾਂ ਬਣਾਈਆਂ ਜਾਂਦੀਆਂ ਸੀ। ਇਸ ਕਰਕੇ ਰਾਜੇ ਨੇ ਇਸ ਜੰਗਲ ਦੇ ਵਿੱਚ 5 ਪੱਠੇ ਲਾਏ ਹੋਏ ਸੀ ਤੇ ਨਾਲ ਉਹਨਾਂ ਨੂੰ ਪੀਣ ਲਈ ਖਰਾਸ ਵੀ ਲੱਗੇ ਹੋਏ ਸੀ। ਆਹ ਜਿਹੜੇ ਤੁਹਾਨੂੰ ਪਹਾੜੀ ਨੂਮਾ ਜਿੱਥੇ ਕਿੱਕਰਾਂ ਦਿਖਾਈ ਦੇ ਰਹੀਆਂ ਨੇ, ਇਹ ਇੱਕ ਪੱਠਾ ਸੀਗਾ ਜਿੱਥੇ ਨਾਨਕਸ਼ਾਹੀ ਇੱਟਾਂ ਬਣਦੀਆਂ ਸੀ। ਇਹ ਤੁਸੀਂ ਸਾਹਮਣੇ ਜੋ ਤਲਾਬ ਦੇਖ ਰਹੇ ਹੋ, ਆਰਟੀਫਿਸ਼ਲ ਤਲਾਬ ਬਣਾਇਆ ਹੋਇਆ, ਜਿੱਥੇ ਪਸ਼ੂ ਪੰਛੀਆਂ ਨੂੰ ਪਾਣੀ ਪੀਣ ਲਈ ਔਰ ਵਿੱਚ ਅਲੱਗ-ਅਲੱਗ ਪ੍ਰਕਾਰ ਦੀਆਂ ਮੱਛੀ ਔਰ ਜਿਹੜੇ ਪ੍ਰਵਾਸੀ ਪੰਛੀ ਆਉਂਦੇ ਆ ਉਹਨਾਂ ਲਈ ਘੋਂਸਲੇ ਬਣੇ ਹੋਏ ਨੇ। ਔਰ ਇਹ ਇੱਥੇ ਆ ਕੇ ਹੁਣ ਪ੍ਰਵਾਸੀ ਪੰਛੀ ਵੀ ਸਰਦੀਆਂ 'ਚ ਇਸ ਛੋਟੀ ਜਿਹੀ ਝੀਲਨੁਮਾ ਤਲਾਬ ਦੇ ਵਿੱਚ ਆਉਂਦੇ ਨੇ। ਔਰ ਇਹ ਤੋਂ ਪਰਲੇ ਪਾਸੇ ਗੁਰੂ ਨਾਨਕ ਬਗੀਚੀ ਬਣੀ ਹੋਈ ਹੈ, ਜਿੱਥੇ ਤਕਰੀਬਨ 500 ਪ੍ਰਕਾਰ ਦੇ ਅਲੱਗ-ਅਲੱਗ ਪੌਦੇ ਲਗਾਏ ਗਏ ਨੇ। ਇਹਦੇ ਪਰਲੇ ਪਾਸੇ ਜਿਹੜੀ ਹੈਗੀ ਆ ਗੁਰੂ ਨਾਨਕ ਬਗੀਚੀ ਬਣੀ ਹੈ, ਜਿੱਥੇ ਅਲੱਗ-ਅਲੱਗ ਪ੍ਰਕਾਰ ਦੇ ਪੌਦੇ ਲੱਗੇ ਹੋਏ ਨੇ। ਇਹ ਤੋਂ ਬਿਲਕੁਲ ਜਿੱਧਰ ਨੂੰ ਮੈਂ ਚੱਲ ਰਿਹਾ ਹਾਂ, ਪਿਛਲੇ ਪਾਸੇ ਪੂਰਾ ਜੰਗਲ ਹੈ ਔਰ ਇਹਦੇ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਪਸ਼ੂ ਰਹਿ ਰਹੇ ਨੇ, ਜਾਨਵਰ ਰਹਿ ਰਹੇ ਨੇ। ਜਿਵੇਂ ਹਿਰਨ ਪ੍ਰਜਾਤੀ 'ਚ ਦੇ ਨੇ, ਸਾਂਬਰ, ਹਿਰਨ, ਬਾਰਾਸਿੰਗਾ, ਸੇ, ਸਹੇ, ਹੋਰ ਕਈ ਪ੍ਰਕਾਰ ਦੇ ਜਿਹੜੇ ਜੀਵ ਜੰਤੂ ਆ ਇਹ ਜੰਗਲ ਦੇ ਪਿੱਛੇ ਰਹਿ ਰਹੇ ਨੇ। ਔਰ ਮੋਰ ਨੇ ਕਾਫੀ ਇੱਥੇ, ਹੋਰ ਕਈ ਪ੍ਰਕਾਰ ਦੇ ਪੰਛੀ ਵੀ ਨੇ। ਤੁਹਾਨੂੰ ਆ ਪਿੱਛੇ ਜੰਗਲ ਦਾ ਵੀ ਤੁਹਾਨੂੰ ਨਜ਼ਾਰਾ ਦਿਖਾਉਂਦੇ ਆ। ਔਰ ਇਹ ਤੁਸੀਂ ਜੰਗਲ ਦੇਖ ਰਹੇ ਹੋ, ਇਹਦੇ ਵਿੱਚ ਮੈਕਸੀਮਮ ਸ਼ੂ ਬਬਲ ਹੈ। ਔਰ ਜਿੱਥੇ ਅਸੀਂ ਖੜੇ ਹਾਂ ਇੱਥੇ ਵੀ ਪੂਰਾ ਸ਼ੂ ਬਬਲ ਸੀ। ਔਰ ਜਿਹਨੂੰ ਇਹ ਕੰਢੀ ਏਰੀਏ ਦਾ ਇੱਕ ਬੂਟਾ ਸੀ ਔਰ ਜਿਹੜਾ ਕਿ ਉੱਥੇ ਦੇ ਲੋਕਲ ਲੋਕਾਂ ਲਈ ਬਾਲਣ ਅਤੇ ਜਾਨਵਰਾਂ ਲਈ ਇਹ ਚਾਰੇ ਲਈ ਇਸਤੇਮਾਲ ਹੁੰਦਾ ਸੀ। ਔਰ ਸਰਕਾਰ ਦੀ ਅਣਦੇਖੀ ਕਾਰਨ ਇਹ ਜੰਗਲ ਪੂਰੇ ਦਾ ਪੂਰਾ ਬਰਬਾਦੀ ਤੇ ਹੋ ਰਿਹਾ ਸੀ। ਮੈਂ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਇਸ ਜੰਗਲ ਨੂੰ 2017 'ਚ ਅਡਾਪਟ ਕੀਤਾ ਸੀ ਤੇ ਅਸੀਂ ਇੱਥੇ ਤਕਰੀਬਨ 8000 ਬੂਟਾ ਜਿਹੜਾ ਅਸੀਂ ਇੱਥੇ ਲਾਇਆ ਸੀ ਅਲੱਗ-ਅਲੱਗ ਪ੍ਰਕਾਰ ਦਾ। ਔਰ ਹਰ ਹਫ਼ਤੇ 4 ਤੋਂ ਲੈ ਕੇ 6000 ਤੱਕ ਮੁੱਲ ਦਾ ਪਾਣੀ ਇਹਨਾਂ ਬੂਟਿਆਂ ਨੂੰ ਪਾਲ ਕੇ ਅਸੀਂ ਇੱਥੇ ਇਹਨਾਂ ਬੂਟਿਆਂ ਨੂੰ ਤਿਆਰ ਕੀਤਾ ਗਿਆ ਸੀ। ਲੇਕਿਨ ਜਦੋਂ ਅਸੀਂ ਇੱਥੇ ਵਨ ਮਹੋਤਸਵ ਦਾ ਪ੍ਰੋਗਰਾਮ ਕੀਤਾ ਕਿ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਨਯੋਗ DC ਸਾਹਿਬ ਮੁਹੰਮਦ ਤਾਇਬ ਸਾਹਿਬ ਔਰ ਉਸ ਸਮੇਂ ਦੇ SSP ਸ਼੍ਰੀ ਸੰਦੀਪ ਸ਼ਰਮਾ ਜੀ, ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਜਿੰਨੇ ਵੀ ਨੁਮਾਇੰਦੇ ਸੀ ਇੱਥੇ ਸਾਰੇ ਉਸ ਵਨ ਮਹੋਤਸਵ ਵਿੱਚ
ਆਏ ਸਨ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਇਸ ਰੱਖ ਬੀੜ ਸ਼ਿਕਾਰਗਾਹ ਦੀ ਦਿੱਖ ਨੂੰ ਵਧੀਆ ਬਣਾਈ ਜਾਵੇ ਔਰ ਇਹ ਉਪਰਾਲਾ ਮਾਨਯੋਗ ਤਤਕਾਲ DC ਸਾਹਿਬ ਮੁਹੰਮਦ ਤਾਇਬ ਸਾਹਿਬ ਦੀ ਦੇਣ ਦੇ ਮੁਤਾਬਕ ਇਹ ਜਿਹੜਾ ਸ਼੍ਰੀ ਗੁਰੂ ਨਾਨਕ ਜੈਵਿਕ ਵਿਭਿੰਨਤਾ ਬਗੀਚਾ ਇਹ ਤਿਆਰ ਹੋਇਆ ਹੈ ਔਰ ਅੱਜ ਸ਼ਹਿਰ ਦੀ ਸਭ ਤੋਂ ਖੂਬਸੂਰਤ ਜੇ ਜਗ੍ਹਾ ਮੰਨ ਲਈਏ ਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੈਵਿਕ ਵਿਭਿੰਨਤਾ ਬਗੀਚਾ ਹੈ। ਬਿਲਕੁਲ ਪਾਰਕ ਦੇ ਪਿਛਲੇ ਪਾਸੇ ਜੰਗਲ ਨੂਮਾ ਤੁਹਾਨੂੰ ਦਿਖਾਈ ਦੇਗਾ। ਵਾਕਿਆ ਹੀ ਇਹ ਜੰਗਲ ਹੈ, ਲੇਕਿਨ ਇਸ ਜੰਗਲ ਜਿੱਦਾਂ ਦਾ ਜੰਗਲ ਹੋਣਾ ਚਾਹੀਦਾ ਸੀ ਔਰ ਜਿੱਦਾਂ ਦੇ ਇਸ ਜੰਗਲ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਪੇੜ ਪੌਦੇ ਹੋਣੇ ਚਾਹੀਦੇ ਸੀ, ਉਹ ਸਾਡੇ ਲੋਕਾਂ ਦੀ ਔਰ ਵਿਭਾਗ ਦੀ ਅਣਦੇਖੀ ਕਾਰਨ ਇਹ ਜੰਗਲ ਵੀ ਹੁਣ ਬਿਲਕੁਲ ਖਤਮ ਹੋਣ ਦੇ ਕਿਨਾਰੇ ਹੈ। ਇਹਦੇ ਵਿੱਚ ਸਿਰਫ ਤੇ ਸਿਰਫ ਇੱਕਾ ਦੁੱਕਾ ਕੋਈ ਸਫੈਦਾ ਔਰ ਕੋਈ ਕਿੱਕਰ ਔਰ ਸ਼ੂ ਬਬਲ ਜਿਹੜਾ ਕਿ ਕੰਢੀ ਏਰੀਏ ਦਾ ਬੂਟਾ ਹੈ, ਜਾਨਵਰਾਂ ਲਈ ਚਾਰਾ ਔਰ ਲੋਕਲ ਲੋਕਾਂ ਲਈ ਬਾਲਣ ਦਾ ਕੰਮ ਕੀਤਾ ਹੈ। ਲੇਕਿਨ ਅਸੀਂ ਆਪਣੀ ਸੁਸਾਇਟੀ ਵੱਲੋਂ ਇੱਥੇ ਅਸੀਂ ਬੂਟੇ ਲਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਅਸੀਂ ਤਕਰੀਬਨ ਪਰਸੋਂ 10-12 ਬੂਟੇ ਮੌਲਸਰੀ ਦੇ ਜਿੱਥੇ ਪਾਣੀ ਹੈ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ ਆ, ਲੇਕਿਨ ਇੱਥੇ ਜਾਨਵਰ ਅੰਦਰ ਹੋਣ ਕਾਰਨ ਉਹਨਾਂ ਦੇ ਜਿਹੜੇ ਆ ਪੱਤੇ ਆ ਉਹ ਖਾ ਗਏ। ਇਹ ਮੌਲਸਰੀ ਦਾ ਬੂਟਾ ਹੈ, ਇਹ ਅੱਜ ਤੋਂ 2-3 ਦਿਨ ਪਹਿਲਾਂ ਹੀ ਲਗਾਇਆ ਸੀ, ਲੇਕਿਨ ਅੱਗੇ ਜੋ 2-3 ਬੂਟੇ ਉਹਨਾਂ ਦੇ ਤੁਹਾਨੂੰ ਪੱਤੇ ਮਿਲ ਜਾਣਗੇ। ਇੱਧਰ ਮੌਲਸਰੀ ਦਾ ਬੂਟਾ ਘੱਟੋ ਘੱਟ ਉਸ ਦਿਨ ਅਸੀਂ 20 ਬੂਟੇ ਇੱਥੇ ਲਾ ਕੇ ਗਏ ਹਾਂ। ਹਾਂ, ਜਦੋਂ ਹੁਣ ਬਰਸਾਤ ਹੋਵੇਗੀ ਅਸੀਂ ਦੁਬਾਰਾ ਇਸ ਜੰਗਲ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਬੂਟੇ ਲਾਵਾਂਗੇ ਔਰ ਜਿੱਥੇ ਜਾਨਵਰ ਜਿਹੜੇ ਹਿਰਨ ਪ੍ਰਜਾਤੀ ਅੰਦਰ ਰਹਿੰਦੀਆਂ ਨੇ ਸ਼ਾਇਦ ਸਾਨੂੰ ਹੁਣ ਇਹ ਦਿਖਾਈ ਨਾ ਦੇਣ, ਕਿਉਂਕਿ ਜਾਨਵਰ ਦਾ ਕੋਈ ਟਿਕਾਣਾ ਨਹੀਂ ਹੁੰਦਾ। ਜੇ ਅੱਜ ਇਸ ਪਾਸੇ ਆ ਤੇ ਕੱਲ ਨੂੰ ਦੂਸਰੇ ਪਾਸੇ ਹੋ ਜਾਣਾ। ਕੋਸ਼ਿਸ਼ ਕਰਾਂਗੇ ਜੇ ਸਾਨੂੰ ਕਿਤੇ ਹਿਰਨ ਪ੍ਰਜਾਤੀ ਦੇ ਜਾਨਵਰ ਜਿਹੜੇ ਅੰਦਰ ਰਹਿੰਦੇ ਆ ਸਾਨੂੰ ਉਹਨਾਂ ਦੇ ਦਰਸ਼ਨ ਹੋ ਜਾਣ, ਸਾਨੂੰ ਕਿਤੇ ਦਿਖਾਈ ਦੇ ਦੇਣ। ਹੁਣ ਦੇਖੋ ਨਾ, ਇੱਕ ਉਹ ਖੜਾ, ਇੱਕ ਆਹ ਖੜਾ। ਇੱਥੇ ਹੁਣ ਕਾਫੀ ਸਾਂਬਰਾਂ ਦਾ, ਹਿਰਨ ਪ੍ਰਜਾਤੀ ਦਾ ਕਾਫੀ ਝੁੰਡ ਸੀ ਜੋ ਸਾਨੂੰ ਦੇਖ ਕੇ, ਕਿਉਂਕਿ ਇਹਨਾਂ ਦੀ ਆਹਟ ਇੰਨੀ ਹੁੰਦੀ ਹੈ ਕਿ ਥੋੜ੍ਹੀ ਜਿਹੀ ਵੀ ਆਹਟ ਗੱਲ, ਕਿਉਂਕਿ ਆਮ ਸਾਡੀਆਂ ਇੱਕ ਨੱਕ ਹੁੰਦਾ ਸਿਰਫ, ਇਹਨਾਂ ਦੇ 2 ਸੁੰਘਣ ਸ਼ਕਤੀਆਂ ਹੁੰਦੀਆਂ। ਇੱਕ ਬਿਲਕੁਲ ਅੱਖਾਂ ਦੇ ਥੱਲੇ ਦੇ ਨਾਸਾਂ ਹੁੰਦੀਆਂ, ਇੱਕ ਮੂੰਹ ਦੇ ਨਾਲ ਬਿਲਕੁਲ ਜਿੱਦਾਂ ਆਮ ਪਸ਼ੂ ਦੇ ਨਾਸਾਂ ਹੁੰਦੀਆਂ, ਇਸ ਤਰੀਕੇ ਨਾਲ ਇਹਦੀਆਂ 4 ਨਾਸਾਂ ਹੁੰਦੀਆਂ। ਇਸ ਕਰਕੇ ਇਹਦੀ ਸੁੰਘਣ ਸ਼ਕਤੀ ਔਰ ਦੇਖਣ ਦੀ ਸ਼ਕਤੀ ਜਿਹੜੀ ਹੈਗੀ ਆ ਬਹੁਤ ਹੈ। ਸਾਡੀ ਮਾੜੀ ਜਿਹੀ ਹੱਠ ਲੈ ਕੇ ਇਹ ਜਿੰਨੇ ਵੀ ਇੱਥੇ ਝੁੰਡ ਸੀਗਾ ਹਿਰਨ ਪ੍ਰਜਾਤੀ ਦਾ ਸਾਰੇ ਦੂਸਰੀ ਔਰ ਚਲੇ ਗਏ। ਅਸੀਂ ਹੁਣ ਬਿਲਕੁਲ ਰੱਖ ਸ਼ਿਕਾਰਗਾਹ ਦੇ ਵਿੱਚ ਖੜੇ ਹਾਂ, ਜਿੱਥੇ ਕਿ ਤੁਸੀਂ
ਦੇਖਿਆ ਕਿ ਹਿਰਨ ਪ੍ਰਜਾਤੀ ਦੇ ਕਾਫੀ ਜਾਨਵਰ ਸੀ। ਤੁਹਾਨੂੰ ਜੰਗਲ ਸਾਰਾ, ਜਦੋਂ ਕਿ ਜੰਗਲ ਹਰਿਆ ਭਰਿਆ ਹੋਣਾ ਚਾਹੀਦਾ, ਸਾਰਾ ਤੁਹਾਨੂੰ ਸੁੱਕਾ ਮਿਲਦਾ ਪਿਆ। ਇੱਥੇ ਇਹਨਾਂ ਜਾਨਵਰਾਂ ਲਈ ਖਾਣ ਲਈ ਬਿਲਕੁਲ ਕੋਈ ਵੀ ਚਾਰਾ ਨਹੀਂ ਹੈ, ਕਿਉਂਕਿ ਬਾਰਿਸ਼ ਹੋਈ ਨਹੀਂ। ਬਾਰਿਸ਼ ਨਾ ਹੋਣ ਕਾਰਨ ਇਹ ਜਿਹੜੇ ਦਰਖਤ ਫਲਨੇ ਫੁੱਲਨੇ ਸੀ, ਇਹ ਨਹੀਂ ਫੁੱਲੇ। ਔਰ ਇਹ ਜਾਨਵਰ ਜਿਹੜੇ ਆ ਫਿਰ ਬਾਹਰ ਜਿਹੜੀ ਖੇਤੀ ਹੈ ਉਹਨੂੰ ਜਾ ਕੇ ਵੀ ਬਰਬਾਦ ਕਰਦੇ ਨੇ, ਕਿਉਂਕਿ ਜਿਹਨੂੰ ਢਿੱਡ ਲੱਗਾ ਉਹਨ ਆਪਣੀ ਭੁੱਖ ਜ਼ਰੂਰ ਕਿਸੇ ਤਰੀਕੇ ਨਾਲ ਮਿਟਾਉਣੀ ਹੈ। ਅਤੇ ਫਿਰ ਜਿਹੜੇ ਖੇਤਾਂ ਦੇ ਕਿਸਾਨ ਨੇ, ਜ਼ਿਮੀਂਦਾਰ ਨੇ, ਇਹਨਾਂ ਨੂੰ ਮਾਰਦੇ ਨੇ, ਇਹਨਾਂ ਦੇ ਗੁੱਝੀਆਂ ਸੱਟਾਂ ਲੱਗ ਜਿਨ੍ਹਾਂ ਕਰਕੇ ਇਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਲੇਕਿਨ ਇਸ ਵੱਲ ਵਾਈਲਡ ਲਾਈਫ ਵਾਲੇ ਕੋਈ ਵੀ ਧਿਆਨ ਨਹੀਂ ਦੇ ਰਿਹਾ। ਮੇਰੀ ਸੁਸਾਇਟੀ ਵੱਲੋਂ ਇਹਨਾਂ ਦੋਨਾਂ ਵਾਈਲਡ ਲਾਈਫ, ਜੰਗਲੀ ਜੀਵ ਅਤੇ ਜੰਗਲਾਤ ਵਾਲਿਆਂ ਨੂੰ ਬੇਨਤੀ ਪੱਤਰ ਭੇਜੇ ਗਏ ਨੇ ਕਿ ਇਸ ਜੰਗਲ ਦੇ ਵਿੱਚ ਇਹਨਾਂ ਦੇ ਖਾਣੇ ਦਾ, ਚਾਰੇ ਦਾ ਪ੍ਰਬੰਧ ਕੀਤਾ ਜਾਵੇ ਔਰ ਆਸੇ-ਪਾਸੇ ਇਸ ਜੰਗਲ ਨੂੰ ਪੂਰੇ ਦੇ ਪੂਰਾ ਫੈਂਸਿੰਗ ਕੀਤੀ ਜਾਵੇ, ਤਾਂ ਕਿ ਇਹ ਜਾਨਵਰ ਬਾਹਰ ਜਾ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਬਰਬਾਦ ਨਾ ਕਰਨ। ਔਰ ਲਾਗੇ ਹੀ ਇਹਦੇ ਪਰਲੇ ਪਾਸੇ ਹੱਡਾ ਰੋੜੀ ਹੈ, ਉਹਨੂੰ ਵੀ ਚੁਕਾਉਣ ਦੀ ਮੈਂ ਬੇਨਤੀ ਕੀਤੀ ਹੈ ਕਿ ਉਹ ਜੇ ਹੱਡਾ ਰੋੜੀ ਹੈ, ਉੱਥੇ ਹੱਡਾ ਰੋੜੀ ਦੇ ਖੁੰਖਾਰ ਕੁੱਤੇ ਵੀ ਨੇ ਅਤੇ ਇਹਦੀ ਜਿਹੜੇ ਬੱਚੇ ਬਰੀਡ ਹੁੰਦੀ ਹੈ ਉਹਨਾਂ ਨੂੰ ਉਸੇ ਵੇਲੇ ਹੀ ਖਾ ਜਾਂਦੇ ਨੇ। ਤੁਸੀਂ ਹੁਣ ਦੇਖੋਗੇ ਪਿੱਛੇ ਪੁਲਨੁਮਾ ਝੀਲ, ਜਿੱਥੇ ਬਹੁਤ ਵਧੀਆ ਆਰਚ ਟਾਈਪ ਪੁਲ ਬਣਿਆ ਪਿਆ ਹੈ, ਜਿੱਥੇ ਲੋਕ ਆਪਣੀ ਪ੍ਰੀ ਵੈਡਿੰਗ ਆ ਕੇ ਕਰਦੇ ਨੇ। ਔਰ ਇਹ ਜਿਹੜੀ ਝੀਲ ਸੀ, ਇਹ ਝੀਲ ਜਿੱਦਾਂ ਸਮੁੰਦਰਾਂ 'ਚ ਲਹਿਰਾਂ ਉੱਠਦੀਆਂ ਨੇ, ਉਸ ਪ੍ਰਕਾਰ ਦਾ ਇਹਨੂੰ ਬਣਾਇਆ ਜਾਣਾ ਸੀ। ਇਹ ਨਹੀਂ ਪਤਾ ਕਿਸ ਕਾਰਨ, ਪੈਸੇ ਦੀ ਕਮੀ ਕਾਰਨ ਜਾਂ ਕੋਈ ਹੋਰ ਕਾਰਨ ਬਣਿਆ ਹੋਊਗਾ, ਜੋ ਇਹਨਾਂ 'ਚ ਬਲੋਰਾਂ ਨਹੀਂ ਛੱਡੀਆਂ ਗਈਆਂ, ਇਹਨੂੰ ਪੱਕਾ ਨਹੀਂ ਕੀਤਾ ਗਿਆ। ਸਿਰਫ ਇਹਦੇ 'ਚ ਹੁਣ ਹਾਥੀ ਖਾ ਉੱਗ ਕੇ ਇਹਦੀ ਜਿਹੜੀ ਖੂਬਸੂਰਤੀ ਨੂੰ ਵੀ ਥੋੜ੍ਹਾ ਜਿਹਾ ਗ੍ਰਹਿਣ ਲੱਗ ਰਿਹਾ ਹੈ। ਲੇਕਿਨ ਥੋੜ੍ਹੀ ਦੇਰ ਪਹਿਲਾਂ ਜਿਹੜੇ ਇੱਥੇ ਹਾਥੀ ਘਾਹ ਉੱਗਿਆ ਸੀ, ਉਹਦੀ ਕਟਿੰਗ ਕਰ ਦਿੱਤੀ ਗਈ ਹੈ ਅਤੇ ਇਹਦਾ ਜਿਹੜਾ ਪੁੱਲ ਨੂੰਮਾ ਤੁਹਾਨੂੰ ਦਿਖਾਈ ਦੇ ਰਿਹਾ, ਇਹ ਵੀ ਖੂਬਸੂਰਤੀ ਇਹਦੀ ਥੋੜ੍ਹੀ ਅੱਗੇ ਤੋਂ ਨਾਲੋਂ ਜ਼ਿਆਦਾ ਵੱਧ ਗਈ ਹੈ। ਸਰਕਾਰਾਂ ਕਰੋੜਾਂ ਰੁਪਇਆ ਲਾ ਕੇ ਇਹੋ ਜਿਹੇ ਪਾਰਕ ਤਿਆਰ ਕਰਦੀਆਂ ਨੇ। ਅਫਸੋਸ ਕਿ ਉਹਦੇ ਮੇਨਟੇਨੈਂਸ ਲਈ ਸਰਕਾਰਾਂ ਕੋਈ ਵੀ ਪੈਸਾ ਨਹੀਂ ਰੱਖਦੀਆਂ, ਕੋਈ ਮੁਲਾਜ਼ਮ ਨਹੀਂ ਰੱਖਦੀਆਂ। ਜਿਵੇਂ ਕਿ ਮੈਂ ਪਿਛੋਕੜ ਜਾਣਾ ਚਾਹੁੰਦਾ, ਕਾਂਜਲੀ ਵੈਟਲੈਂਡ ਹੈ। ਕਾਂਜਲੀ ਵੈਟਲੈਂਡ ਵੀ ਸਰਕਾਰਾਂ ਦੀਆਂ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅਣਦੇਖੀ ਕਾਰਨ ਉਹ ਵੀ ਮਰਨ ਕੰਢੇ 'ਤੇ ਹੋ ਗਏ ਸੀ, ਕੰਗਾਰ ਕੰਢੇ 'ਤੇ ਹੋ ਗਏ ਸੀ। ਕਿਸ਼ਤੀਆਂ ਸੀ, ਉਹ ਵੀ ਸਾਰੀਆਂ ਖਰਾਬ ਹੋ ਗਈਆਂ। ਲੇਕਿਨ ਹੁਣ ਸ਼ਾਇਦ ਕੁਛ ਪੈਸਾ ਕਾਂਜਲੀ ਵੈਟਲੈਂਡ 'ਤੇ ਲੱਗ ਰਿਹਾ ਅਤੇ ਉਹਦੀ ਖੂਬਸੂਰਤੀ ਲਈ ਵੀ ਕਾਫੀ ਕੁਛ ਹੋ ਰਿਹਾ ਹੈ। ਔਰ ਸਰਕਾਰਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਜਿੰਨਾ ਅਸੀਂ ਕਰੋੜਾਂ ਅਰਬਾਂ ਰੁਪਇਆ ਲਾ ਕੇ ਅਸੀਂ ਇੰਨੇ ਸੁੰਦਰ ਪਾਰਕ, ਬਿਲਡਿੰਗਾਂ ਔਰ ਸੈਰਗਾਹਾਂ ਬਣਾਉਂਦੇ ਹਾਂ, ਉਹਦੇ ਮੇਨਟੇਨੈਂਸ ਲਈ ਔਰ ਉਹਦੇ ਰੱਖ ਰਖਾਵ ਲਈ ਮੁਲਾਜ਼ਮ ਰੱਖੇ ਜਾਣ, ਤਾਂ ਕਿ ਇਹਨਾਂ ਪਾਰਕਾਂ ਦਾ ਸਦਾ ਬਹਾਰ ਮੇਨਟੇਨੈਂਸ ਹੋ ਸਕੇ ਔਰ ਹਮੇਸ਼ਾ ਸਾਨੂੰ ਸ਼ੁੱਧ ਵਾਤਾਵਰਨ ਮਿਲਦਾ ਰਹੇ। ਹੁਣ ਤੁਹਾਨੂੰ ਅਸੀਂ ਇਸੇ ਪਾਰਕ ਦੇ ਵਿੱਚ ਬਟਰਫਲਾਈ ਸੈਕਸ਼ਨ ਦਿਖਾ ਰਹੇ ਹਾਂ, ਜਿੱਥੇ ਤਿਤਲੀਆਂ ਉੜਦੀਆਂ ਤੁਹਾਨੂੰ ਸ਼ਾਇਦ ਹੁਣ ਨਜ਼ਰ ਨਹੀਂ ਆਉਣਗੀਆਂ, ਕਿਉਂਕਿ ਇਸ ਪਾਰਕ ਦਾ ਵੀ ਮੇਨਟੇਨੈਂਸ ਨਹੀਂ ਹੋ ਰਿਹਾ। ਅਗਰ ਇਸ ਦਾ ਵੀ ਵਧੀਆ ਤਰੀਕੇ ਨਾਲ ਇੱਥੇ ਫੁੱਲਾਂ ਦਾ ਔਰ ਉਹਨਾਂ ਦੇ ਪੱਤਿਆਂ ਦਾ, ਘਾਹ ਦਾ ਵਧੀਆ ਤਰੀਕੇ ਨਾਲ ਮੇਨਟੇਨੈਂਸ ਹੁੰਦਾ ਤੇ ਇੱਥੇ ਵੀ ਤਿਤਲੀਆਂ ਉਡਣੀਆਂ ਸੀ। ਸਾਹਮਣੇ ਤੁਹਾਨੂੰ ਬੋਰਡ ਮਿਲੇਗਾ ਅਲੱਗ-ਅਲੱਗ ਪ੍ਰਕਾਰ ਦੀਆਂ ਤਿਤਲੀਆਂ ਦੀਆਂ ਕਿਸਮਾਂ ਦਾ, ਲੇਕਿਨ ਸਿਰਫ ਤੁਹਾਨੂੰ ਬੋਰਡ ਹੀ ਦਿਖਾਈ ਦੇਗਾ, ਲੇਕਿਨ ਇੱਥੇ ਤਿਤਲੀਆਂ ਤੁਹਾਨੂੰ ਨਹੀਂ ਦਿਖਾਈ ਦੇਣਗੀਆਂ। ਕਾਰਨ ਇਹੀ ਹੈ ਕਿ ਜਿਸ ਪ੍ਰਕਾਰ ਦਾ ਤਿਤਲੀਆਂ ਨੂੰ ਵਾਤਾਵਰਨ ਚਾਹੀਦਾ ਸੀ, ਉਹ ਇਸ ਪਲਾਟ ਵਿੱਚ ਉਹਨਾਂ ਨੂੰ ਨਹੀਂ ਮਿਲ ਰਿਹਾ। ਹੁਣ ਅਸੀਂ ਉਸ ਜਗ੍ਹਾ ਦਾ ਨਜ਼ਾਰਾ ਲੈ ਰਹੇ ਹਾਂ ਜਿਵੇਂ ਕਿ ਅਸੀਂ ਕਿਸੇ ਪਹਾੜੀ, ਡਲਹੌਜ਼ੀ, ਰਾਣੀ ਤਾਲ
ਔਰ ਪਹਾੜੀ ਏਰੀਏ ਦਾ ਅਸੀਂ ਆਨੰਦ ਲੈ ਰਹੇ ਹਾਂ ਔਰ ਬਾਂਸਾਂ ਦੀ ਝੌਂਪੜੀ ਦੇ ਵਿੱਚ ਅਸੀਂ ਬੈਠੇ ਹਾਂ। ਮੈਂ ਹੁਣ ਜਿੱਥੇ ਸਰਕਾਰਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹਦੇ ਮੇਨਟੇਨੈਂਸ ਲਈ ਵਧੀਆ ਯਤਨ ਕਰੇ, ਉੱਥੇ ਸਾਡਾ ਸਾਰਿਆਂ ਦਾ ਖੁਦ ਦਾ ਵੀ ਫਰਜ਼ ਬਣਦਾ ਹੈ ਕਿ ਇਸ ਪਾਰਕ ਨੂੰ ਵਧੀਆ ਤੇ ਖੂਬਸੂਰਤ ਰੱਖਣ ਲਈ ਅਸੀਂ ਇਸ ਵਿਭਾਗ ਦਾ ਸਾਥ ਦਈਏ ਔਰ ਇਹਦੇ ਸ਼ੁੱਧ ਵਾਤਾਵਰਣ ਲਈ ਅਸੀਂ ਇਸ ਪਾਰਕ ਦੇ ਵਿੱਚ ਕਦੀ ਵੀ ਪਾਲਤੂ ਜਾਨਵਰ, ਪਲਾਸਟਿਕ, ਹੋਰ ਇਤਿਆਦ ਚੀਜ਼ਾਂ ਜਿਹੜੀਆਂ ਇਹਦੀਆਂ ਸੁੰਦਰਤਾ ਨੂੰ ਗ੍ਰਹਿਣ ਲਾਵੇ, ਉਹ ਚੀਜ਼ਾਂ ਇਸ ਪਾਰਕ ਵਿੱਚ ਨਾ ਲਿਆਈਏ। ਔਰ ਇਸ ਪਾਰਕ ਦਾ ਆਨੰਦ ਮਾਣਨ ਲਈ ਸਰਕਾਰਾਂ ਦੇ ਨਾਲ ਮਹਿਕਮੇ ਦੇ ਵਿਭਾਗ ਦੇ ਨਾਲ ਅਸੀਂ ਇਹਨਾਂ ਦਾ ਸਾਥ ਦਈਏ ਔਰ ਇਹਨੂੰ ਸਦੀਆਂ ਤੱਕ ਜਿਉਂਦਾ ਰੱਖਣ ਲਈ ਅਸੀਂ ਯੋਗ ਉਪਰਾਲੇ ਕਰੀਏ। ਮੇਰੀ ਸਾਰਿਆਂ ਨੂੰ ਸਨੇਹਵਰ ਬੇਨਤੀ ਇਹ ਹੈ ਕਿ ਇਸ ਪਾਰਕ ਦੀ ਸੁੰਦਰਤਾ ਨੂੰ ਹਮੇਸ਼ਾ ਅਸੀਂ ਸਾਰੇ ਖੁਦ ਕਾਇਮ ਰੱਖੀਏ।